So next physiological role जो है जिब्रेलिन ਦਾ that is stimulate the cell elongation as well as the cell division ਜੋ ਆਪਾਂ ਗੱਲ ਕਰ ਰਹੇ ਸੀਗੇ। ਸੋ ਇਸ ਦੇ ਵਿੱਚ ਕੀ ਹੈ ਹੁਣ ਰਚੇ ਜਿਹੜੇ ਆਪਣੇ ਕੋਲ ਜਸਟ ਆਪਾਂ ਇੱਕ ਐਗਜ਼ਾਮਪਲ ਲਿੱਤੀ ਹੋਈ ਹੈ that is in case of ਸੈਮੂਲਸ ਪਾਰਵੀਫਲੋਰਸ ਦੇ ਵਿੱਚ ਔਰ ਜਿਹਨੂੰ ਆਪਾਂ ਬਰੂਕਵੀਡ ਕਹਿ ਦਿੰਦੇ ਹਾਂ ਉਸ ਦੇ ਵਿੱਚ ਕੀ ਕੀਤਾ ਗਿਆ ਕਿ ਜਸਟ ਸਟਾਰਟਿੰਗ ਫੇਸਿਸ ਤੋਂ ਹੀ ਆਪਾਂ ਡਿਟਰਮਿਨ ਕਰਨਾ ਸ਼ੁਰੂ ਕੀਤਾ ਕਿ ਉਸ ਵਿੱਚ ਜਿਹੜੀ ਸੈੱਲ ਦੀ ਡਿਵੀਜ਼ਨ ਜਿਹੜੀ ਉਹ ਟੇਕ ਪਲੇਸ ਹੋ ਰਹੀ ਹੈ ਐਂਡ ਦੈਟ ਸੈੱਲ ਡਿਵੀਜ਼ਨ ਵਿਲ ਫਰਦਰ ਅਲਾਉ ਦ ਸੈਲਸ ਟੂ ਗੈਟ elongated ਬਾਈ ਮੀਨਸ ਆਫ ਜਿਬਰਾਲਿਕ ਐਸਿਡ ਕਿ ਅਗਰ ਤਾਂ ਜਿਬਰਾਲਿਕ ਐਸਿਡ ਦੀ ਕੰਸਨਟ੍ਰੇਸ਼ਨ ਅਵੇਲੇਬਲ ਹੈ that will lead to the normal increasement ठीक है नॉर्मल इंक्रीजमेंट होएगी लाइक हेयर ਜਦੋਂ ਤਾਂ ਆਪਣੇ ਕੋਲ ਸਟਾਰਟਿੰਗ ਆਰਸ ਨੇਗੇ ਸੈਲਸ ਜਿਹੜੀਆਂ ਥੋੜ੍ਹੇ ਥੋੜ੍ਹੇ ਡਿਵਾਈਡ ਹੋਣੇ ਸ਼ੁਰੂ ਹੋਏ ਐਂਡ ਜਿੱਦਾਂ ਜਿੱਦਾਂ ਟਾਈਮ ਪੀਰੀਅਡ ਵੱਧਦਾ ਗਿਆ 24 ਜਾਂ 48 ਐਸ ਵੈਲ ਐਸ 72 ਆਵਰਸ ਤਾਂ ਜਿਹੜਾ ਨੰਬਰ ਆਫ ਜਿਹੜੇ ਤੁਹਾਨੂੰ ਬਲੈਕ ਡਾਟਸ ਨਜ਼ਰ ਆ ਰਹੀਆਂ ਨੇ ਲਾਈਕ ਹੇਅਰ ਸੋ ਇਹ ਜਿਹੜੀ ਨੰਬਰ ਆਫ ਡਾਟਸ ਨੇ ਉਹ ਇਨਕਰੀਜ਼ ਹੋ ਰਹੀਆਂ ਦੈਟ ਨੰਬਰ ਆਫ ਡਾਟਸ ਇਜ਼ ਰਿਪਰੈਜ਼ੈਂਟਿੰਗ ਦਾ ਮਾਈਟੋਟਿਕ ਡਿਵੀਜ਼ਨ ਸੋ ਮਾਈਟੋਟਿਕ ਡਿਵੀਜ਼ਨ ਜਿਹੜੀ ਹੈ ਨੰਬਰ ਆਫ ਸੈਲਸ ਜਿਹੜੇ ਨੇਗੇ ਉਹ ਇਨਕਰੀਜ਼ ਔਨ ਹੁੰਦੇ ਜਾ ਰਹੇ ਨੇ ਐਂਡ ਦੈਟ ਨੰਬਰ ਆਫ ਸੈਲਸ ਵਿਲ ਫਰਦਰ ਲੈਡ ਟੂ ਦਾ those cells to be get elongated ਠੀਕ ਹੈ ਨਾ ਆਬਵੀਅਸ ਤੁਹਾਨੂੰ ਆਈਡੀਆ ਹੈਗਾ ਕਿ ਜਦੋਂ ਸੈੱਲ ਡਿਵਾਈਡ ਔਨ ਹੁੰਦੇ ਆ ਆਫਟਰ ਦੈਟ ਜਿਹੜਾ ਨੈਕਸਟ ਫੇਸ ਆਉਂਦਾ ਦੈਟ ਇਜ਼ ਅ ਸੈੱਲ elongation ਠੀਕ ਹੈ ਨਾ ਸੋ ਇਹ ਜਿਹੜਾ ਇਹ ਚੀਜ਼ ਦੇਖੀ ਗਈ ਕਿ ਵਿਦ ਦ ਐਪਲੀਕੇਸ਼ਨ ਆਫ ਜਿਬਰਾਲਿਕ ਐਸਿਡ ਦੈਟ ਵਿਲ ਅਲਾਉ ਦ ਸੈਲਸ ਟੂ ਬੀ ਗੈਟ ਡਿਵਾਈਡ ਔਨ ਠੀਕ ਹੈ ਜਿੱਦਾਂ ਜਿੱਦਾਂ ਹੀ ਡਿਵਾਈਡ ਔਨ ਕਰ ਰਹੇ ਸੀ ਨੰਬਰ ਆਫ ਸੈਲਸ ਜਿਹੜੇ ਨੇਗੇ ਉਹ ਉੱਥੇ ਜਾ ਕੇ ਐਡ ਔਨ ਹੋ ਰਹੇ ਸੀ ਐਂਡ ਦੋਜ਼ ਸੈਲਸ ਵਿਲ ਅਲਾਉ ਦ ਸਟੈਮ ਟੂ ਬੀ ਗੈਟ elongated ਫਰਦਰ ਔਨ ठीक है लाइक हेयर जो आप जिब्रालिक एसिड अप्लाई कर रहे हैं दैट विल लेड टू द फुल इंक्रीजमेंट बट इन केस ऑफ कंट्रोल कंडीशन सो कंट्रोल कंडीशन ਦੇ ਵਿੱਚ ਜੋ ਕਹਿ ਲਓ ਕਿ ਲੈਂਥ ਸੀਗੀ ਉਹ ਡਿਕਰੀਜ਼ ਹੋਣ ਸੀਗੀ ਐਸ ਵੈਲ ਐਸ ਦਾ ਜਿਹੜੀ ਮਾਈਟੋਟਿਕ ਡਿਵੀਜ਼ਨ ਆ ਉਹ ਵੀ ਘੱਟ ਸੀ ਠੀਕ ਹੈ ਸੋ ਨੈਕਸਟ ਆਹੀ ਚੀਜ਼ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਡਵਾਰਫਿਜ਼ਮ ਐਸ ਵੈਲ ਐਸ ਜਿਹੜੀ ਸੈੱਲ ਦੀ ਇਲੋਂਗੇਸ਼ਨ ਦੇ ਵਿੱਚ ਠੀਕ ਹੈ ਸੋ ਇਸ ਦੇ ਵਿੱਚ ਕੀ ਕੀਤਾ ਗਿਆ ਜਿਹੜੀ ਆਪਾਂ ਹੁਣੀ ਚੀਜ਼ ਪਿੱਛੇ ਦੇਖੀ ਹੈ कि कॉर्न प्लांट लिता गया ठीक है लाइक हेयर वी आर हैविंग दैट दिस वन फर्स्ट वन ठीक है ना डवार्फ वन सो कॉर्न प्लांट ਜਿਹੜਾ ਸੀਗਾ ਸ਼ਾਰਟ ਸੀਗਾ ਸਮੋਲਰ ਵਨ ਸੀ ਬਿਕੋਜ਼ ਆਫ ਦ ਡਿਫੈਕਟ ਆਫ ਦ ਜਿਬਰਾਲਿਕ ਐਸਿਡ ਬਾਇਓਸਿੰਥੇਸਿਸ ਸੋ ਜਿਸ ਦੇ ਕਰਕੇ ਉਹਦੇ ਕੋਲ ਰੋਜ਼ੀ ਟਾਈਪ ਆਫ ਅਪੀਅਰੈਂਸ ਸੀਗੇ ਜਾਂ ਡਵਾਰਫ ਟਾਈਪ ਆਫ ਅਪੀਅਰੈਂਸ ਉਹਦੇ ਵਿੱਚ ਸੀ ਠੀਕ ਹੈ ਨਾ ਐਂਡ ਦਿਸ ਡਵਾਰਫਨੈਸ ਇਜ਼ ਹੈਜ਼ ਟੂ ਬੀ ਓਵਰਕਮਡ ਬਾਈ ਦ ਐਪਲੀਕੇਸ਼ਨ ਆਫ ਜਿਬਰਾਲਿਕ ਐਸਿਡ 1 ਸੋ ਜਿਬਰਾਲਿਕ ਐਸਿਡ 1 ਦੀ ਐਪਲੀਕੇਸ਼ਨ ਦੇ ਨਾਲ ਕੀ ਹੋਇਆ ਦੈਟ ਵਿਲ ਲੈਡ ਟੂ ਦ elongation ਆਫ ਦੈਟ ਪਰਟੀਕੂਲਰ ਪਲਾਂਟ ਠੀਕ ਹੈ ਐਂਡ ਵਾਈਲਡ ਕੌਰਨ ਜਿਹੜਾ ਸੀ ਓਬਵੀਅਸ ਹੈ ਆਪਣੇ ਕੋਲ ਆ ਦਿਸ ਇਜ਼ ਦ ਵਾਈਲਡ ਟਾਈਪ this one this is the wild type and ਉਹ as it is tall ਸੀਗਾ and ਉਹਦੀ ਹਾਈਟ ਜਿਹੜੀ ਆ ਕੋਈ ਉਸ ਦੇ ਵਿੱਚ ਚੇਂਜ ਨਹੀਂ ਆਇਆ without changing itself with the application of the gibralic acid 1 ਠੀਕ ਹੈ ਸੋ ਇਹ ਚੀਜ਼ ਕਿਉਂ ਹੋਈ ਕਿ ਉਸ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਬਿਕੋਜ਼ that normal corn plant produces enough gibralic acid 1 to saturate its gibralic acid receptors that will help in lacking of the responses towards the exogenous gibralic acid 1 ठीक है कि उसे ਕੌਨਸਨਟ੍ਰੇਸ਼ਨ ਜਿਹੜੀ ਹੈ ਜਿਬਰਾਲਿਕ ਐਸਿਡ ਦੀ ਇੰਟਰਨਲੀ ਉਸਦੇ ਰਿਸੈਪਟਰਸ ਨੂੰ ਰੈਗੂਲੇਟ ਕਰਦੀ ਹੈ ਕਿ ਉਹ ਅੱਗੇ ਫਰਦਰ ਆਪਣਾ ਜਿਹੜੀ ਵਰਕਿੰਗ ਹੈ ਬੰਦ ਕਰ ਦੇਣ ਕਿਉਂਕਿ ਹੁਣ ਨਾਰਮਲ ਜਿਬਰਾਲਿਕ ਐਸਿਡ ਦੀ ਕੌਨਸਨਟ੍ਰੇਸ਼ਨ ਇੰਟਰਨਲੀ ਅਵੇਲੇਬਲ ਹੈ ਤਾਂ ਕਿ ਪਲਾਂਟ ਜਿਹੜਾ ਨਾਰਮਲ ਆਪਣਾ ਗਰੋ ਕਰ ਸਕੇ ਸੋ ਜਿਸ ਦੇ ਕਰਕੇ ਉਸ ਦੇ ਉੱਤੇ ਕੋਈ ਇਫੈਕਟ ਨਹੀਂ ਹੋਇਆ ਜਿੱਦਾਂ ਹੀ ਆਪਾਂ ਕਹਿ ਲਓ ਕਿ ਐਕਸਟਰਨਲ ਜਿਬਰਾਲਿਕ ਐਸਿਡ 1 ਦੀ ਕੌਨਸਨਟ੍ਰੇਸ਼ਨ ਅਪਲਾਈ ਕੀਤੀ ਠੀਕ ਹੈ ਸੋ ਲਾਈਕ ਹੇਅਰ ਵੀ ਆਰ ਹੈਵਿੰਗ ਅ ਕੈਬੇਜ ਪਲਾਂਟ ਸੋ ਆ ਜਿਵੇਂ ਤੁਸੀਂ ਆ ਇੱਥੇ ਪਹਿਲੇ ਆ ਦੋ ਦੇਖ ਰਹੇ ਹੋ ਦੈਟ ਇਜ਼ ਨਾਰਮਲ ਰੋਜ਼ੇਟ ਟਾਈਪ ਆਫ ਲੀਵਸ ਦੈਟ ਇਜ਼ ਪ੍ਰੈਜ਼ੈਂਟ ਇਨ ਕੇਸ ਆਫ ਕੈਬੇਜ ਪਲਾਂਟ ਜੋ ਨਾਰਮਲ ਆਪਣੇ ਕੋਲ ਬਣਦੇ ਨੇਗੇ ਠੀਕ ਹੈ ਬਟ ਜਿੱਦਾਂ ਹੀ ਆਪਾਂ ਕਹਿ ਲਓ ਕਿ ਕੈਬੇਜ ਪਲਾਂਟ ਨੂੰ ਆਪਾਂ ਕੋਲਡ ਟਰੀਟਮੈਂਟ ਦਿੱਤੀ ਵਿਦ ਦੈਟ ਆਫ ਦਾ ਸੋ ਜਿੱਦਾਂ ਹੀ ਆਪਾਂ ਉਹਨੂੰ ਕੋਲਡ ਕੰਡੀਸ਼ਨਸ ਜਿਹੜੀਆਂ ਸੀਗੀਆਂ ਅਪਲਾਈ ਔਨ ਕੀਤੀਆਂ that will lead to the acceleration of the biosynthesis of the gibralic acid so that will lead to the bolting of the plant bolting of the मतलब ਕੀ ਹੈ ਕਿ ਜਦੋਂ ਕੋਲਡ ਕੰਡੀਸ਼ਨਸ ਅਪਲਾਈ ਕੋਲਡ ਕੰਡੀਸ਼ਨਸ ਆਉਂਦੀਆਂ ਨੇਗੀਆਂ ਠੀਕ ਹੈ ਸੋ ਉਸ ਦੇ ਵਿੱਚ ਜਿਬਰਾਲਿਕ ਐਸਿਡ ਦੀ ਜਿਹੜੀ
concentration है, so उससे नाल की है that will allow the plant to be get elongated with that of the formation of flowers. So ਆ ਜਿਹੜੀ example ਹੈ cabbage plant ਦੀ ਹੈ, ਜਿਸ ਦੇ ਵਿੱਚ ਆਪਣੇ ਕੋਲ ਆ normal conditions ਹੈਗੀਆਂ cabbage ਦੀਆਂ, ਜਦੋਂ ਕਹਿ ਲਓ ਕਿ ਆਪਣੇ ਕੋਲ rosette type of leaves ਦੀ appearance ਹੋ ਰਹੀ ਹੈ in the first case, because ਜਿਹੜਾ cabbage plant it is a biennial, so ਜਿਹੜੀ first season ਸੀਗੀ, first season ਦੀ growth ਦੱਸੀ ਗਈ ਹੈ, ਜਿਹੜੀ ਕਹਿ ਲਓ ਕਿ rosette type of appearance show ਕਰ ਰਹੀ ਹੈ, but ਜਿੱਦਾਂ ਹੀ ਆਪਾਂ bolting the process ਜਿਹੜਾ ਇਹਦੇ 'ਤੇ ਅਪਲਾਈ ਕੀਤਾ, ਠੀਕ ਹੈ ਨਾ, cold conditions ਦੇ ਵਿੱਚ, so that will lead to the plant to be get elongated and further the formation of the flower at the top position, ਠੀਕ ਹੈ. So gibberellins also regulate the transition from the juvenile to the adult phases, like in case of woody perennial, which do not show flower until they reach a certain stage of maturity. Up to that stage, they are said to be juvenile. So juvenile or mature stages ਜਿਹੜੇ ਹੈ that often have different leaf forms, as in case of ਇੰਗਲਿਸ਼ ਈਵੀ ਔਰ ਜਿਹਨੂੰ ਹਾਈਡਰਾ ਹੈਲਿਕਸ ਵੀ ਕਿਹਾ ਜਾਂਦਾ ਵਾ. ਸੋ ਜਿੱਦਾਂ ਹੀ ਆਪਾਂ ਜਿਬਰਲਿਨਸ ਦੀ ਕੰਸਨਟ੍ਰੇਸ਼ਨ ਅਪਲਾਈ ਕਰਦੇ ਹਾਂ, ਦੈਟ ਰੈਗੂਲੇਟਸ ਦੇਅਰ juvenility in both directions depending upon their species, ਠੀਕ ਹੈ ਨਾ. ਸੋ ਲਾਈਕ ਇਨ ਕੇਸ ਆਫ ਇੰਗਲਿਸ਼ ਈਵੀ ਜਿਹੜੀ ਹੈ ਜਿਬਰੈਲਿਕ ਐਸਿਡ 3 ਕੈਨ ਕਾਜ਼ ਅ ਰਿਵਰਸ਼ਨ ਫਰੋਮ ਮੈਚਿਓਰ ਟੂ ਅ ਜੁਵੈਨਾਈਲ ਸਟੇਟ. ਇਹ ਰਿਵਰਸ਼ਨ ਕਾਜ਼ ਵੀ ਕਰ ਸਕਦੀ ਹੈ ਕਿ ਮੈਚਿਓਰ ਕੰਡੀਸ਼ਨ ਤੋਂ ਜੁਵੈਨਾਈਲ ਸਟੇਜ ਦੇ ਵਿੱਚ ਵੀ ਆ ਸਕਦੀ ਹੈ. ਐਂਡ ਮੈਨੀ ਜੁਵੈਨਾਈਲ ਕਾਨੀਫਰਸ ਕੈਨ ਬੀ ਇੰਡਿਊਸ ਟੂ ਐਂਟਰ ਇਨ ਟੂ ਦ reproductive phase by the application of non-polar gibberellins like that of the gibberellic acid 4 as well as the gibberellic acid 7. Like in that way we can control the stages of the plant from their juvenility towards the maturation by means of gibberellic acid concentration. Like here ਜਿਹੜੀ ਆਪਾਂ conifers ਦੀ ਗੱਲ ਕੀਤੀ ਹੈ ਕਿ by means of gibberellic acid 4 as well as 7 we can control that concentration, and that will lead to the formation of reproductive organs in case of the conifers, ठीक है, from their juvenile stage, ठीक है. And same जो gibberellins then that will promote the fruit set, ठीक है, like in case of Malus sylvestris they also setting the fruits कि fruit the formation ਜਿਹੜੀ ਹੈ ਉਹ initial ਜਿਹੜਾ point ਹੈ that has to be set on by means of the gibberellic acid, ठीक है. And they also influence the floral initiation as well as the sex determination. Floral initiation or sex determination ਦੇ ਵਿੱਚ ਵੀ ਆਪਣਾ major role play ਕਰਦੇ ਆ. like ਜਿਹੜੇ ਕੁਛ ਪਲਾਂਟਸ ਨੇਗੇ ਜਿੱਥੇ ਫਲਾਵਰਸ ਜਿਹੜੇ ਆ ਯੂਨੀਸੈਕਸ਼ੁਅਲ ਹੁੰਦੇ ਆ ਰਦਰ ਦੈਨ ਦੈਟ ਆਫ ਦਾ ਹਰਮੈਫਰੋਡਾਈਟ, ਠੀਕ ਹੈ. ਤਾਂ ਫਲੋਰਲ ਸੈਕਸ ਡਿਟਰਮੀਨੇਸ਼ਨ ਜਿਹੜੀ ਹੈ ਬੇਸਿਕਲੀ ਜੈਨੇਟਿਕਲੀ ਰੈਗੂਲੇਟਿਡ ਹੈ, ਠੀਕ ਹੈ, ਬਟ ਇਟ ਇਜ਼ ਆਲਸੋ ਬੀ ਇਨਫਲੂਐਂਸਡ ਬਾय द एनवायरमेंटल फैक्टर्स एज वेल एज द जिब्रेलिक एसिड concentration also, ठीक है. like here we are having an example of the corn plant. corn plant ਦੀ ਆਪਾਂ ਇੱਥੇ ਐਗਜ਼ਾਮਪਲ ਲਿੱਤੀ ਹੈ ਕਿ ਜੋ ਆਪਣੇ ਕੋਲ corn plant ਹੈ, ਠੀਕ ਹੈ, ਨੋਰਮਲੀ ਕੀ ਹੈ ਉਸਦੇ ਮੇਲ ਫਲਾਵਰਸ ਜਿਹੜੇ ਨੇਗੇ ਜਿਹਨਾਂ ਨੂੰ ਆਪਾਂ ਬੇਸਿਕਲੀ ਟੈਸਲਸ ਕਹਿ ਦਿੰਦੇ ਹਾਂ, ਟੈਸਲਸ ਦੇ ਉੱਤੇ ਕਹਿ ਲਓ ਕਿ ਇਹ ਗਰੋ ਕਰਦੇ ਆ, ਠੀਕ ਹੈ. ਵੇਅਰ ਐਜ਼ ਜਿਹੜੇ ਫੀਮੇਲ ਫਲਾਵਰਸ ਨੇ ਦੇ ਆਰ ਗਰੋਨ ਇਨ ਫਾਰਮ ਆਫ ਈਅਰ, ਠੀਕ ਹੈ ਨਾ. ਸੋ ਆਪਣੇ ਕੋਲ ਇਸ ਵੇ ਦੇ ਨਾਲ ਆਉਂਦੇ ਆ, ਠੀਕ ਹੈ. ਸੋ ਜਿਹੜੀ ਜਿਬਰੈਲਿਕ ਐਸਿਡ ਦੀ ਨੋਰਮਲ ਕੰਸਨਟ੍ਰੇਸ਼ਨ ਹੈ, ਨੋਰਮਲ ਕੰਸਨਟ੍ਰੇਸ਼ਨ ਇਹ ਡਿਸਾਈਡ ਕਰਦੀ ਹੈ ਕਿ ਉਹਦੇ ਜਿਹੜਾ ਅਪ ਪੋਰਸ਼ਨ ਹੈ ਕੌਰਨ ਪਲਾਂਟ ਦਾ, ਅਪ ਪੋਰਸ਼ਨ ਦੇ ਟੈਸਲਸ ਜਿਹੜੇ ਨੇ ਉਹ ਗਰੋ ਔਨ ਕਰਨਗੇ, ਐਂਡ ਜਿਹੜਾ ਸਾਈਡਸ ਔਰ ਲੇਟਰਲ ਪੋਜੀਸ਼ਨਸ ਨੇ ਦੇ ਵਿਲ ਕੈਰੀ ਦਾ ਈਅਰ. ear means the female flowers, ठीक है. Yeah, like here we are having that ear. So the first one is the normal one, wild type अपने को available है जो अपने को जिब्रेलिक एसिड दी concentration normal है, that will cause the female flowers to appear among normally the male flowers of the tassels, ठीक है. but अगर आप कह लो कि डेफिशेंसी अगर आती है deficiency किस चीज़ दी, that will be of the gibberellic acid that cause the corn plant to be generally produce the anthers in normally female flowers of the ear. so like जिवें ਤੁਹਾਨੂੰ नज़र आ रहे ने that anthers like here ये ਤੁਹਾਨੂੰ दिख भी रहा होएगा. so these are the anthers in case of ear ਕਿ ਜੋ ਛੱਲੀ ਦਾ ਮੇਨ ਪੋਰਸ਼ਨ ਹੈ, ਛੱਲੀ ਦੇ ਮੇਨ ਪੋਰਸ਼ਨ ਦੇ ਵਿੱਚ ਐਂਥਰਸ ਦੀ ਡਿਵੈਲਪਮੈਂਟ ਟੇਕ ਪਲੇਸ ਹੋ ਰਹੀ ਹੈ ਵਿਦ ਦ ਡੈਫੀਸ਼ੀਐਂਸੀ ਆਫ ਦ ਜਿਬਰੈਲਿਕ ਐਸਿਡ. ਸੋ ਦੈਟ ਮੀਨਸ ਜਿਬਰੈਲਿਕ ਐਸਿਡ ਵਿਲ ਹੈਲਪ ਇਨ ਡਿਟਰਮਿਨਿੰਗ ਦ sex organ या sex of particular plant, ठीक है, whether it has to form the male part, whether it has to form the female part, clear.
and they will also promote the seed germination. So seed germination also requires gibberellins for various possible steps, like the activation of the vegetative growth of the embryo, weakening of the growth constraining endosperm layer surrounding the embryo, mobilization of the stored food reserves of the endosperm. Obvious है कि हम जड़ा सीड दी जर्मिनेशन है, सीड दी जर्मिनेशन ਲਈ ਕੀ ਹੈ, ਫੂਡ ਦੀ ਰਿਕੁਆਇਰਮੈਂਟ ਹੋਣੀ ਜ਼ਰੂਰੀ ਹੈ। ਜਿਹੜਾ ਫੂਡ ਦੀ ਰਿਕੁਆਇਰਮੈਂਟ ਹੈਗੀ ਹੈ ਨੋਰਮਲੀ ਕੀ ਹੈ, ਸੀਡਸ ਜਿਹੜੀਆਂ ਸਟੋਰ ਕਰਦੇ ਨੇ ਫੂਡ ਨੂੰ ਇਨ ਦ ਫਾਰਮ ਆਫ ਸਟਾਰਚ। ਸੋ ਉਹ ਜਿਹੜਾ ਸਟਾਰਚ ਹੈ ਐਜ਼ ਇਟ ਇਜ਼ ਤਾਂ ਉਹ ਜਿਹੜੇ ਸੀਡਸ ਨੇ ਉਹਨੂੰ ਕੰਜ਼ਿਊਮ ਨਹੀਂ ਨਾ ਕਰ ਸਕਦੇ ਹੈਗੇ, ਤਾਂ ਪਹਿਲਾਂ ਕੀ ਉਹਦਾ ਟੁੱਟਣਾ ਜ਼ਰੂਰੀ ਹੈ। ਸੋ ਉਹਦੇ ਟੁੱਟਣ ਦੇ ਲਈ ਜੋ ਇੰਜ਼ਾਈਮਸ ਰਿਕੁਆਇਰਡ ਨੇਗੇ ਦੈਟ ਆਰ ਟੂ ਬੀ ਪ੍ਰੋਵਾਈਡਡ ਬਾਈ ਮੀਨਸ ਆਫ ਥੀਸ ਜਿਬਰਲਿਨਸ, ਸੋ ਦੈਟ ਵਿਲ ਲੈਡ ਟੂ ਦ seed germination, ठीक है। And they are also having the commercial applications, like they are to be applied as a spray or dip to manage the fruit crops, ठीक है, or to malt barley, barley ਦੀ ਜਦੋਂ malting process ਹੁੰਦੀ ਹੈ ਸੋ ਉਸ ਦੇ ਵਿੱਚ ਵੀ required ਹੈ, as well as to increase the sugar yield in case of sugar cane, and some crops in reduction in height is desirable, and this can be accomplished by the use of the gibberellin synthesis inhibitors, ठीक है। कि obvious है कि हाइट ਨੂੰ ਆਪਾਂ ਨੇ ਕੰਟਰੋਲ ਕਰਨਾ ਤਾਂ ਉਹਦੇ ਲਈ ਇਨਹਿਬਿਟਰਸ ਦੀ ਰਿਕੁਆਇਰਮੈਂਟ ਹੈਗੀ ਹੈ, ਬਟ ਬਾਕੀ ਦੇ ਜਿਹੜੇ ਉੱਪਰ ਵਾਲੇ ਜਿਹੜੇ ਆਪਣੇ ਕੋਲ ਫੰਕਸ਼ਨਸ ਹੈਗੇ ਦੈਟ ਹੈਜ਼ ਟੂ ਬੀ ਕੈਰੀਡ ਆਊਟ ਬਾਈ ਮੀਨਸ ਆਫ ਦ ਜਿਬਰਲਿਨਸ, ਠੀਕ ਹੈ। ਸੋ ਲਾਈਕ ਹੇਅਰ ਜਿਵੇਂ ਹੁਣ ਇੱਥੇ ਆਪਣੇ ਕੋਲ ਹੈ ਐਗਜ਼ਾਮਪਲ ਹੈ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਕਿ ਗ੍ਰੇਪਸ ਨੇਗੇ, ਠੀਕ ਹੈ, ਸੀਡਲੈਸ ਗ੍ਰੇਪਸ ਨੇਗੇ ਇੱਥੇ ਆਪਣੇ ਕੋਲ। ਸੋ ਫੂਡ ਪ੍ਰੋਡਕਸ਼ਨ ਦੇ ਵਿੱਚ ਵੀ ਇਹ ਹੈਲਪ ਕਰਦੇ ਆ ਜਿਬਰੈਲਿਕ ਐਸਿਡ। ਸੋ ਇਨ ਆਰਡਰ ਟੂ ਇਨਕਰੀਜ਼ ਦਾ ਸਟਾਕ ਲੈਂਥ ਆਫ ਦਾ ਸੀਡਲੈਸ ਗ੍ਰੇਪਸ, ਆ ਜਿਹੜੇ ਨੋਰਮਲ ਵਾਈਲਡ ਟਾਈਪ ਆਪਣੇ ਕੋਲ ਕਹਿ ਲਓ ਕਿ ਗ੍ਰੇਪਸ ਨੇਗੇ, ਬਟ ਹੇਅਰ ਵੀ ਆਰ ਹੈਵਿੰਗ ਅ ਐਗਜ਼ੋਜੀਨਸ ਐਪਲੀਕੇਸ਼ਨ ਆਫ ਦਾ ਜਿਬਰਲਿਨਸ ਆਲਸੋ, ਠੀਕ ਹੈ। ਸੋ ਇਹਦੇ ਵਿੱਚ ਕੀ ਕੀਤਾ ਗਿਆ ਕਿ ਆ ਜਿਹੜੀ ਨੋਰਮਲ ਇੱਥੇ ਗਰੋਥ ਕਰਵਾਈ ਗਈ, ਤਾਂ ਨੋਰਮਲ ਆਪਣੇ ਕੋਲ ਜਿਹੜਾ ਕਹਿ ਲਓ ਕਿ ਸਟਾਕ ਦੇ ਉੱਤੇ ਗ੍ਰੇਪਸ ਜਿਹੜੇ ਸੀਗੇ ਉਹ ਲੱਗੇ ਹੋਏ ਸੀ, ਬਟ ਜਿੱਦਾਂ ਹੀ ਆਪਾਂ ਕਹਿ ਲਓ ਕਿ ਜਿਬਰਾਲਿਕ ਐਸਿਡ ਦੀ ਟ੍ਰੀਟਮੈਂਟ ਕਰਵਾਈ ਗਈ that will lead to the increase in the yield of that particular fruit, or as well as increasing in the stalk length of that particular fruit. So that is totally represented by in these both cases, this is the wild type or the natural type, and this is by means of the application of the gibralic acid, ठीक है। सो आप फ्रूट प्रोडक्शन की भी गल कर रहे थे, लाइक हेयर वी आर हैविंग अ डिफरेंट मिक्सचर्स ऑफ benzaldehyde as well as the gibberellic acid 4 or plus 7 can cause the apple fruit to elongate, and it is used to improve the shape of delicious type of apples under the certain conditions, as well as in case of citrus fruits also. So gibberellins delay the senescence, allowing the fruits to be left on the tree longer to extend to the market, ठीक है। ਸੋ ਇਸਦੇ ਇਸ ਤਰੀਕੇ ਨਾਲ ਆਪਣੇ ਕੋਲ ਕਹਿ ਲਓ ਕਿ ਕਮਰਸ਼ੀਅਲ ਯੂਜ਼ਸ ਨੇਗੇ ਜਿਬਰਾਲਿਕ ਐਸਿਡ ਦੇ, ਬਾਈ ਇਨਕਰੀਜ਼ਿੰਗ ਦਾ ਯੀਲਡ, ਬਾਈ ਇਨਕਰੀਜ਼ਿੰਗ ਦਾ ਸਟਾਕ ਲੈਂਥ, ਬਾਈ ਇਨਕਰੀਜ਼ਿੰਗ ਦਾ ਪ੍ਰੋਡਕਸ਼ਨ ਆਲਸੋ, ਲਾਈਕ ਇਨ दैट वे, ठीक है ना, या और बाय इंक्रीजिंग द इंटरनल जूस कंटेंट ऑफ द फ्रूट, ठीक है। सो नेक्स्ट इज़ द सिग्नल ट्रांसडक्शन। सो सिग्नल ट्रांसडक्शन मैकेनिज्म बहुत ही ज़्यादा ਜਿਹੜਾ ਕਲੀਅਰਲੀ ਅੰਡਰਸਟੂਡ ਕੀਤਾ ਗਿਆ ਜਾਂ ਜ਼ਿਆਦਾ ਡਿਸਕਵਰੀਜ਼ ਜਿਹੜੀਆਂ ਕੀਤੀਆਂ ਗਈਆਂ, ਦੈਟ ਇਜ਼ ਇਨ ਕੇਸ ਆਫ ਦ ਸਿਰਲਸ ਡੂਰਿੰਗ ਦ ਟਾਈਮ ਆਫ ਦੇਅਰ ਸੀਡ ਜਰਮੀਨੇਸ਼ਨ ਵੇਲੇ ਇਹਦਾ ਸਿਗਨਲ ਟਰਾਂਸਡਕਸ਼ਨ ਦਾ ਜਿਹੜਾ ਮੈਕੈਨਿਜ਼ਮ ਸੀਗਾ ਕਾਫੀ ਜ਼ਿਆਦਾ ਨੋਨ ਆਇਆ ਵੀ ਕਿਸ ਵੇ ਦੇ ਨਾਲ ਇਹ ਆਪਣੇ ਫਿਜ਼ੀਓਲੋਜੀਕਲ ਰੋਲਸ ਨੂੰ ਕਹਿ ਲਓ ਕਿ ਰੈਗੂਲੇਟ ਔਨ ਕਰਦੇ ਨੇਗੇ, ਲਾਈਕ ਹੇਅਰ ਵੀ ਹੈਵਿੰਗ ਅ ਐਮਬਰੀਓ। ਸੋ ਆਪਣੇ ਕੋਲ ਆ ਐਮਬਰੀਓ ਅਵੇਲੇਬਲ ਹੈ, ਦੈਟ ਇਜ਼ ਆਫ ਦਾ ਸਿਰਲ ਐਮਬਰੀਓ। ਸੋ ਉਸਦੀ ਇੱਥੇ ਡਾਇਗਰਾਮ ਹੈ। ਸੋ ਡਿਫਰੈਂਟ ਪੋਰਸ਼ਨਸ ਦਿਖਾਏ ਗਏ ਨੇਗੇ, ਲਾਈਕ ਹੇਅਰ ਵੀ ਹੈਵਿੰਗ ਅ ਫਸਟ ਫੋਲੀਏਜ ਲੀਵ, ਠੀਕ ਹੈ, ਹੈਵਿੰਗ ਕੋਲੀਓਪਟਾਈਲ ਆਊਟਰ ਲੇਅਰ, ਦੈਟ ਇਜ਼ ਦ ਕੋਲੀਓਪਟਾਈਲ ਸ਼ੂਟ ਐਪੀਕਲ ਮੈਰਿਸਟਮ ਹੈ, ਠੀਕ ਹੈ, ਐਂਡ ਹੇਅਰ ਵੀ ਹੈਵਿੰਗ ਅ ਰੂਟ ਐਂਡ ਪਲੱਸ ਇੰਟਰਨਲ ਜਿਹੜਾ ਵਾ ਦੈਟ ਵਿਲ ਬੀ ਆਫ ਦ ਮੇਨ ਐਮਬਰੀਓ ਪੋਰਸ਼ਨ, ਹੈਵਿੰਗ ਦ ਡਿਫਰੈਂਟ ਪੋਰਸ਼ਨ ਲਾਈਕ ਸਕੁਇਟੈਲਮ ਹੋ ਗਿਆ, ਐਂਡੋਸਪਰਮ ਹੋ ਗਿਆ, ਠੀਕ ਹੈ। ਸੋ ਪਲੱਸ ਜਿਹੜਾ ਹੁਣ ਐਂਡੋਸਪਰਮ ਹੈ, ਐਂਡੋਸਪਰਮ ਦੇ ਵਿੱਚ ਕੀ ਹੈ, ਐਂਡੋਸਪਰਮਸ ਦੇ ਵਿੱਚ ਹਾਈਡਰੋਲਿਟਿਕ ਐਂਜ਼ਾਈਮਸ ਦੀ ਪ੍ਰੋਡਕਸ਼ਨ ਟੇਕ ਪਲੇਸ ਹੋਏਗੀ। ਹਾਓ, ਫਸਟ ਆਫ ਆਲ ਕੀ ਹੋਏਗਾ ਕਿ ਜਿਹੜਾ ਐਮਬਰੀਓ ਹੈ, ਐਮਬਰੀਓ ਦੇ ਵਿੱਚ ਕੀ ਹੋਏਗਾ, ਨੋਰਮਲ ਜਿਬਰਲਿਨਸ ਦੀ ਬਾਇਓਸਿੰਥੇਸਿਸ ਟੇਕ ਪਲੇਸ ਹੋਏਗੀ, ਐਂਡ ਦੈਟ ਜਿਬਰਲਿਨ that has to be translocated towards the starchy endosperm,
starchy endosperm ਵੱਲ ਨੂੰ ਇਹ move on ਕਰੇਗਾ by means of the scutellum. So this is the this is scutellum. So scutellum the through ਕਹਿ ਲਓ ਕਿ gibberellic acid ਦੀ ਜਿਹੜੀ movement ਹੈ that has to be carried out towards the inner side of the endosperm where it moving towards the aileron layer. Aileron layer ਵੱਲ ਨੂੰ ਇਹ move on ਕਰੇਗਾ like ਜਿਹੜੇ ਤੁਹਾਨੂੰ ਐਰੋਜ਼ ਇੱਥੇ ਨਜ਼ਰ ਆ ਰਹੇ ਨੇ ਐਲਰੋਨ ਲੇਅਰ ਵੱਲ ਨੂੰ ਮੂਵ ਕਰ ਰਿਹਾ ਵਾ। ਐਲਰੋਨ ਲੇਅਰ ਵੱਲ ਨੂੰ ਮੂਵ ਕਰਨ ਦਾ ਇਹਦਾ ਮਕਸਦ ਕੀ ਹੈ ਕਿ ਵੈਨ ਦੇ ਗੈਟ ਰੀਚਿਸ ਟੂਵਰਡਸ ਅ ਐਲਰੋਨ ਲੇਅਰ that will allow the formation of the hydrolytic enzymes like alpha amylase as well as a beta amylase which are required for breaking down of the starch content of the food, ठीक है, and which get to be easily available towards a developing embryo. ਸੋ ਹਾਈਡਰੋਲਿਟਿਕ ਇੰਜ਼ਾਈਮਸ ਜਿਹੜੀਆਂ ਪ੍ਰੋਡਿਊਸ ਹੋ ਜਾਂਦੇ ਆ, ਠੀਕ ਹੈ। ਸੋ ਹਾਈਡਰੋਲਿਟਿਕ ਇੰਜ਼ਾਈਮਸ ਦੇ ਪ੍ਰੋਡਕਸ਼ਨ ਹੋਣ ਤੋਂ ਬਾਅਦ ਕੀ ਹੈ ਉਹਨੂੰ ਫਰਦਰ ਜਿਹੜੇ ਸਟਾਰਚ ਕੰਪੋਨੈਂਟ ਆ ਉਹਨੂੰ ਸਮਾਲਰ ਪੋਰਸ਼ਨ ਦੇ ਵਿੱਚ ਕਹਿ ਲਓ ਕਿ ਰਿਲੀਜ਼ ਔਨ ਕਰੇਗਾ ਐਂਡ ਫਰਦਰ ਇਟ ਮੂਵਿੰਗ ਟੂਵਰਡਸ ਆ ਐਂਡੋਸਪਰਮ ਵੱਲ ਨੂੰ ਮੂਵ ਔਨ ਕਰੇਗਾ ਐਜ਼ ਐਂਡੋਸਪਰਮ ਸੋਲਿਊਟਸ ਐਂਡ ਦੈਟ ਐਂਡੋਸਪਰਮ ਸੋਲਿਊਟ ਵਿਲ ਫਰਦਰ ਰੀਚਿਸ ਟੂਵਰਡਸ ਆ ਐਮਬ੍ਰਿਓ ਫॉर देयर फर्दर growth and development. And how it is possible? Like in this way, ਇਸ ਦੇ ਵਿੱਚ ਕੀ ਹੈ ਰਾਜੇ, ਆਪਣੇ ਕੋਲ ਦੋ ਤਰ੍ਹਾਂ ਦਾ ਮਕੈਨਿਜ਼ਮ ਆਉਂਦਾ ਵਾ ਜਦੋਂ ਜਿਬਰੈਲਿਕ ਐਸਿਡ ਬਾਈਂਡ ਕਰ ਜਾਂਦਾ ਜਾਂ ਇੰਟਰਨਲੀ ਮੂਵ ਕਰ ਜਾਂਦਾ ਟੂਵਰਡਸ ਅ ਸਟਾਰਚੀ ਐਂਡੋਸਪਰਮ। ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਆਈ ਹੈਵ ਟੂ ਐਨਲਾਰਜ ਦਿਸ। ਫਸਟ ਕੀ ਹੈ ਆਪਣੇ ਕੋਲ, ਜਿੱਦਾਂ ਹੀ ਜਿਬਰੈਲਿਕ ਐਸਿਡ ਬਾਈਂਡ ਔਨ ਕੀਤਾ ਟੂਵਰਡਸ ਅ ਜਿਬਰੈਲਿਕ ਐਸਿਡ ਰਿਸੈਪਟਰ, ਠੀਕ ਹੈ ਨਾ, that are also known as the G receptors, ਤਾਂ ਜਿੱਦਾਂ ਹੀ ਬਾਈਂਡਿੰਗ ਹੁੰਦੀ ਹੈ that will lead to the activation। ਹੁਣ ਆਪਣੇ ਕੋਲ ਦੋ ਤਰ੍ਹਾਂ ਦੇ ਪਾਥਵੇ ਇਸ ਦੇ ਥਰੂ ਪ੍ਰੋਸੀਡ ਕਰਾਂਗੇ। ਵਨ ਇਜ਼ ਕੈਲਸ਼ੀਅਮ ਡਿਪੈਂਡੈਂਟ ਪਾਥਵੇ ਐਂਡ ਵਨ ਇਜ਼ ਕੈਲਸ਼ੀਅਮ ਇੰਡੀਪੈਂਡੈਂਟ ਪਾਥਵੇ ਵਿਦ ਮੀਨਸ ਆਫ CGMP, ਠੀਕ ਹੈ। ਹੁਣ ਇਹ ਕੀ ਹੈ, ਜਿਹੜਾ ਕੈਲਸ਼ੀਅਮ ਇੰਡੀਪੈਂਡੈਂਟ ਪਾਥਵੇ ਆ ਉਸ ਦੇ ਵਿੱਚ ਕੀ ਹੋਏਗਾ, ਜਿਹੜੇ ਐਕਟੀਵੇਟਡ ਜਿਬਰੈਲਿਕ ਐਸਿਡ ਸਿਗਨਲਿੰਗ ਇੰਟਰਮੀਡੀਏਟ ਸੀਗਾ ਉਹ ਆ ਕੇ ਬਾਈਂਡ ਕਰ ਜਾਏਗਾ ਟੂਵਰਡਸ ਅ ਡੈਲਾ ਰਿਪਰੈਸਰ। ਡੈਲਾ ਰਿਪਰੈਸਰ ਬੇਸਿਕਲੀ ਜੋ ਡੈਲਾ ਵਾ, ਡੈਲਾ ਪ੍ਰੋਟੀਨ ਕੀ ਹੈ ਮੇਨਲੀ ਇਨਹਿਬਿਟ ਕਰਦਾ ਵਾ ਫॉर द ਫਾਰਮੇਸ਼ਨ ਆਫ ਦ ਜਿਬਰੈਲਿਕ ਐਸਿਡ। ਬਟ ਜਿੱਦਾਂ ਹੀ ਕਹਿ ਲਓ ਕਿ ਡੈਲਾ ਰਿਪਰੈਸਰ ਦੇ ਉੱਤੇ ਆ ਕੇ ਬਾਈਂਡ ਔਨ ਕਰੇਗਾ ਸੋ ਦੈਟ ਵਿਲ led to the further increasement the activation of the gibberellic acid MYB gene ਦੀ ਉਸ ਦੀ ਐਕਟੀਵੇਸ਼ਨ ਕਰੇਗਾ ਤਾਂ ਕਿ ਆਪਣੇ ਕੋਲ ਟਰਾਂਸਕ੍ਰਿਪਸ਼ਨ ਜਿਹੜਾ ਪ੍ਰੋਸੈਸ ਹੈ ਉਹ ਪ੍ਰੋਸੀਡ ਹੋ ਸਕੇ। ਐਂਡ ਥੀਸ MYB ਜੀਨ ਤੋਂ ਆਪਣੇ ਕੋਲ MYB mRNA ਦੀ ਪ੍ਰੋਡਕਸ਼ਨ ਹੋਏਗੀ that has to be further translated ਇਸ ਲਈ because it has to be the requirement of the alpha amylase enzyme to be produced by means of this GAMYB mRNA, ਠੀਕ ਹੈ। ਸੋ ਇਹਦੀ ਐਕਟੀਵੇਸ਼ਨ ਉਨੀ ਦੇਰ ਤੱਕ ਨਹੀਂ ਹੋਏਗੀ ਜਿੰਨੀ ਦੇਰ ਤੱਕ GAMYB ਜਿਹੜਾ ਵਾ ਟਰਾਂਸਕ੍ਰਿਪਸ਼ਨ ਫੈਕਟਰ ਆ ਕੇ ਨਹੀਂ ਅਟੈਚ ਹੁੰਦਾ ਹੈਗਾ ਟੂਵਰਡਸ ਦੀ ਪ੍ਰੋਮੋਟਰ ਸਾਈਡ। ਜਿੱਦਾਂ ਆ ਕੇ ਬਾਈਂਡ ਕਰੇਗਾ, ਠੀਕ ਹੈ, ਉਸ ਦੇ ਨਾਲ ਕੀ ਹੋਏਗਾ, that will further proceeding towards a transcription processing and that will allow the formation of alpha amylase mRNA. So alpha amylase mRNA ਦੀ ਪ੍ਰੋਡਕਸ਼ਨ ਕਰੇਗਾ and these alpha amylase mRNA they has to be translated and further by means of endoplasmic reticulum they have to be reaches towards a Golgi body by means of vesicles and these vesicles are containing the alpha amylase and this alpha amylase this alpha amylase will further lead to the breakage of the starch molecule। ਸਟਾਰਚ ਮੋਲੀਕਿਊਲ ਦੀ ਬ੍ਰੇਕੇਜ ਕਰਨ ਦੇ ਵਿੱਚ ਹੈਲਪ ਕਰਦਾ ਵਾ। ਪਹਿਲਾਂ ਕੀ ਕਰਦਾ, ਅਲਫਾ ਮਾਈਲੇਜ਼ ਨੇ ਕੀ ਕਰਨਾ ਵਾ, ਸਟਾਰਚ ਨੂੰ ਛੋਟੇ ਹਿੱਸਿਆਂ 'ਚ ਤੋੜਨਾ ਵਾ ਦੈਟ ਇਜ਼ ਇਨ ਫਾਰਮ ਆਫ ਓਲੀਗੋਸੈਕਰਾਈਡਸ ਦੇ ਵਿੱਚ ਦੈਟ ਕੰਟੇਨਿੰਗ ਦਾ alpha 1,4 ਲਿੰਕੇਜ, ਠੀਕ ਹੈ, ਗਲੂਕੋਸ ਰੈਜ਼ੀਡਿਊਜ਼। ਬਟ
also not only the alpha amylase but here also the beta amylase is also produced. ਇੱਥੇ ਆਪਣੇ ਕੋਲ ਜਸਟ ਸ਼ੋ ਹੋਇਆ ਵਾ ਕੱਲਾ alpha amylase, beta amylase ਵੀ ਨਾਲ ਦੇ ਨਾਲ ਹੀ produce ਹੁੰਦਾ ਵਾ. that beta amylase will allow the degradation of the oligosaccharide towards the disaccharide, that is the maltose, and that maltose is further get converted into the glucose content, ठीक है, which is get easily available towards the developing embryo, ठीक है. So this is a calcium independent pathway, but here in case of calcium dependent pathway ਦੇ ਵਿੱਚ ਕੀ ਹੋਏਗਾ, directly by means of calcium calmodulin and protein kinases, the through secretion hoegi that will allow these vesicles which are containing the alpha amylase, and these alpha amylase will lead to the degradation of the starch in case of endosperm, ठीक है. So aileron layer the काम की है that will allow the formation of the alpha amylase as well as the beta amylase. So these aileron layer cells, they containing a special bodies which are known as the protein bodies. ਇਹਨਾਂ ਨੂੰ ਆਪਾਂ protein bodies ਕਹਿੰਦੇ ਆ, ਜੋ ਕਿ ਮੇਨਲੀ ਆਹੀ alpha amylases ਜਾਂ ਜਿਹਨੂੰ ਆਪਾਂ ਹਾਈਡਰੋਲਾਈਟਿਕ enzymes ਕਹਿੰਦੇ ਆ, ਸੋ ਉਹਨਾਂ ਦੀ ਫਾਰਮੇਸ਼ਨ ਦੇ ਵਿੱਚ ਹੈਲਪ ਕਰਦੇ ਨੇਗੇ, ਠੀਕ ਹੈ. ਸੋ ਦਿਸ ਇਜ਼ ਦ ਜਨਰਲ ਸਿਗਨਲ ਟ੍ਰਾਂਸਡਕਸ਼ਨਿੰਗ mechanism of the gibberellic acid or the gibberellins.